ਸ਼ੰਭੂ ਮੋਰਚਾ ਪੰਚਾਇਤ ਦੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਕੇਂਦਰ ਦੇ ਨਾਲ ਜਿਹੜੀ ਲੜਾਈ ਚੱਲ ਰਹੀ ਹੈ ਉਸ ਨੂੰ ਇੱਕ ਨਵਾਂ ਰੂਪ ਦੇਣ ਦੀ ਕੋਸ਼ਿਸ਼ ਹੈ। ਸਾਡੇ ਨਾਲ ਦੀਪ ਸਿੱਧੂ ਨੇ ਸ਼ੰਭੂ ਮੋਰਚਾ ਪੰਚਾਇਤ ਦੇ। ਦੀਪ ਸਿੱਧੂ, ਖੁਦ ਮੁਖਤਿਆਰੀ ਦੀ ਗੱਲ ਤੁਸੀਂ ਖਾਸ ਤੌਰ ਤੇ ਕੀਤੀ ਹੈਗੀ ਹੈ। ਖੁਦ ਮੁਖਤਿਆਰੀ ਕਿਸਾਨੀ ਸਮੱਸਿਆਵਾਂ ਦਾ ਹੱਲ ਕਿਵੇਂ ਹੈ? ਨਹੀਂ ਜੀ, ਗੱਲ ਆਏ ਆ, ਤੁਸੀਂ ਪਹਿਲਾਂ ਇਹ ਗੱਲ ਆਪਾਂ ਸਮਝੀਏ, ਜਦੋਂ ਤੱਕ ਕਿਸਾਨਾਂ ਕੋਲੇ ਆਪਦੇ ਫਸਲਾਂ ਦੇ ਮੁੱਲ ਜਿਹੜੇ ਤੈਅ ਕਰਨ ਦਾ ਹੱਕ ਨਹੀਂ ਹੋਊਗਾ ਉਦੋਂ ਤੱਕ ਅਸੀਂ ਕਿਸਾਨਾਂ ਦੇ ਮਸਲੇ ਹੱਲ ਹੋ ਜਾਣਗੇ ਇਹ ਸਾਨੂੰ ਨਹੀਂ, ਅਸੀਂ ਕਹੀਏ ਵੀ ਨਹੀਂ ਹੋ ਸਕਦਾ। ਜਾਂ ਤੁਸੀਂ ਇਹ ਦੇਖੋ, ਅੱਜ ਕਿਸਾਨਾਂ ਨੂੰ ਜੇ ਮਸ਼ੀਨਰੀ ਵੇਚੀ ਜਾਂਦੀ ਆ ਉਹਦੇ ਮੁੱਲ ਕੌਣ ਤੈਅ ਕਰਦਾ? ਸਰਕਾਰ ਜਾਂ ਕੰਪਨੀਆਂ। ਜੇ ਬਿਜਲੀ ਪਾਣੀ ਦਿੰਦੇ ਆ ਉਹਦੇ ਮੁੱਲ ਵੀ ਸਰਕਾਰ ਤੈਅ ਕਰਦੀ ਆ। ਲੇਬਰ ਦੇ ਮੁੱਲ ਵੀ ਕੋਈ ਲੇਬਰ ਆਪ ਤੈਅ ਕਰਦੀ ਆ। ਫਿਰ ਸਾਡੇ ਕੋਲੇ ਰੇਹਾਂ ਸਪਰੇਆਂ ਵੀ ਇਹਦੇ ਮੁੱਲ ਵੀ ਕੰਪਨੀਆਂ ਜਾਂ ਸਰਕਾਰ ਤੈਅ ਕਰਦੀ ਆ। ਤੇ ਫਸਲ ਜਿਹੜੀ ਅਸੀਂ ਬੀਜ ਕੇ ਮੁੜ ਕੇ ਵੇਚਣੀ ਆ ਉਹਦੇ ਮੁੱਲ ਵੀ ਸਰਕਾਰ ਤੈਅ ਕਰਦੀ ਆ। ਤੋ ਖਰੀਦਣ ਵਾਲੀ ਧਿਰ ਜੇ ਸਾਡੇ ਮੁੱਲ ਤੈਅ ਕਰਨ ਲੱਗ ਜੂਗੀ ਫਿਰ ਅਸੀਂ ਕਹਿ ਲਈਏ ਸਾਡੇ ਕੋਲੇ ਬਹੁਤ ਵਧੀਆ ਮਾਡਲ ਆ ਕਿਸਾਨੀ ਦਾ, ਤੇ ਸਾਡੇ ਕੋਲੇ ਨਹੀਂ ਆ। ਇਸ ਕਰਕੇ ਖੁਦ ਮੁਖਤਿਆਰੀ ਚਾਹੇ ਕਿਸਾਨੀ 'ਚ ਹੋਵੇ, ਚਾਹੇ ਸਿੱਖਿਆ 'ਚ ਹੋਵੇ, ਚਾਹੇ ਟੂਰਿਜ਼ਮ 'ਚ ਹੋਵੇ, ਹੈਲਥ 'ਚ ਹੋਵੇ, ਇਨਫਰਾਸਟਰਕਚਰ 'ਚ ਹੋਵੇ, ਪੰਜਾਬ ਕੋਲੇ ਜਾਂ ਕਿਸੇ ਵੀ ਸੂਬੇ ਕੋਲੇ ਆਪਦੇ ਪਾਲਿਸੀ ਘੜਨ ਦਾ, ਆਪਦੇ ਫੈਸਲੇ ਲੈਣ ਦਾ ਹੱਕ ਹੋਣਾ ਚਾਹੀਦਾ। ਔਰ ਤੁਸੀਂ ਮਾਡਰਨ ਸਿਵਲਾਈਜੇਸ਼ਨ 'ਚ ਵੀ ਅੱਜ ਇਹ ਗੱਲ ਸਮਝ ਲਈ ਗਈ ਆ ਵੀ ਜਿਹੜੀ ਪਾਵਰ ਆ ਉਹਨੂੰ ਸੈਂਟਰਲਾਈਜ਼ ਨਾ ਰੱਖੋ, ਇਹਨੂੰ ਡੀਸੈਂਟਰਲਾਈਜ਼ ਕਰੋ, ਪਾਵਰ ਨੂੰ ਡਿਸਟ੍ਰੀਬਿਊਟ ਕਰੋ, ਔਰ ਤਾਂ ਹੀ ਇੱਕ ਸਾਰਥਿਕ ਸਮਾਜ ਸਿਰਜਿਆ ਜਾ ਸਕਦਾ ਜਾਂ ਜਿਹੜੀ ਡਿਵੈਲਪਮੈਂਟ ਆ ਉਹ ਸਾਰਥਿਕ ਹੋ ਸਕਦੀ ਆ। ਜਦੋਂ ਤੱਕ ਅਸੀਂ ਇਸ ਗੱਲ ਨੂੰ ਇਸ ਦੇਸ਼ 'ਚ ਸਮਝਾਂਗੇ ਨਹੀਂ ਉਦੋਂ ਤੱਕ ਤਣਾਅ ਤੇ ਟਕਰਾਅ ਪੈਦਾ ਹੁੰਦਾ ਰਹੂਗਾ। ਬਿਲਕੁਲ, ਖੁਦ ਮੁਖਤਿਆਰੀ ਤਕਰੀਬਨ ਹਰ ਸੂਬੇ ਦੇ ਲੋਕ ਚਾਹੁੰਦੇ ਨੇ। ਤੁਸੀਂ ਹੁਣ ਇੱਕ ਜਿਹੜੀ ਸਿਆਸੀ ਤਬਦੀਲੀ ਦੇ ਵਾਸਤੇ ਤੁਸੀਂ ਸਮਾਜਿਕ ਇਨਕਲਾਬ ਦੀ ਗੱਲ ਕੀਤੀ ਹੈ, ਇਹਦੇ ਵਿੱਚ ਕਿਸਾਨੀ ਜਥੇਬੰਦੀਆਂ ਤੁਹਾਡੇ ਨਾਲ ਕਿਉਂ ਨਹੀਂ ਹੈਗੀਆਂ, ਦਿਖ ਨਹੀਂ ਰਹੀਆਂ? ਨਹੀਂ ਜੀ, ਦੇਖੋ ਹੁਣ ਜਥੇਬੰਦੀਆਂ, ਕਿਸਾਨੀ ਜਥੇਬੰਦੀਆਂ ਜਾਂ ਟ੍ਰੇਡ ਯੂਨੀਅਨਸ ਦਾ ਇੱਕ ਸਿੱਧੇ ਤੌਰ ਤੇ ਅਸੀਂ ਗੱਲ ਸਮਝ ਲਈ, ਉਹਨਾਂ ਨੇ ਹਮੇਸ਼ਾ ਰਿਆਇਤਾਂ ਦੀ ਜਾਂ ਸੋਧਾਂ ਦੀ ਲੜਾਈ ਲੜੀ ਆ, ਕਿਉਂਕਿ ਉਹਨਾਂ ਕੋਲੇ ਰਿਸੋਰਸਿਸ ਹੀ ਉੱਥੋਂ ਤੱਕ ਹੁੰਦੇ ਆ। ਔਰ ਕਿਤੇ ਨਾ ਕਿਤੇ ਉਹਨਾਂ ਦੀ ਅਫੀਲੀਏਸ਼ਨ ਕਹਿ ਲਓ ਜਾਂ ਕਿਤੇ ਨਾ ਕਿਤੇ ਕਿਸੇ ਢੰਗ ਨਾਲ ਉਹ ਜੁੜੇ ਹੁੰਦੇ ਆ ਕਿਸੇ ਪੋਲੀਟੀਕਲ ਪਾਰਟੀ ਨਾਲ। ਫਿਰ ਉਹਨਾਂ ਨੇ ਸਿਆਸੀ ਲੜਾਈ ਸਰਕਾਰ, ਕੇਂਦਰ ਸਰਕਾਰ ਨਾਲ ਲੜਨ ਵਾਸਤੇ ਉਹਨਾਂ ਕੋਲੇ ਰਿਸੋਰਸਿਸ ਨਹੀਂ ਆ। ਪਰ ਜਿਹੜੀ ਹੁਣ ਤੱਕ ਕਿਸਾਨ ਲੜਾਈ ਲੜ ਰਹੇ ਨੇ ਕਿ ਉਹ ਕਮਜ਼ੋਰ ਮੰਨਦੇ ਆ ਆਪਾਂ? ਨਹੀਂ ਜੀ, ਕਮਜ਼ੋਰ ਨਹੀਂ ਆ, ਪਰ ਇੱਕ ਗੱਲ ਸਮਝ ਲਈ ਜਾਈਏ ਵੀ ਉਹ ਕਿਸੇ ਸਿਆਸੀ ਧਿਰ ਤੋਂ ਬਿਨਾਂ ਨਹੀਂ ਲੜੀ ਜਾ ਸਕਦੀ। ਸਿਆਸੀ ਧਿਰ ਉਹਨਾਂ ਕੋਲੇ ਪੰਜਾਬ ਸਰਕਾਰ ਹੋਣੀ ਚਾਹੀਦੀ ਸੀ, ਪੰਜਾਬ ਸਰਕਾਰ ਉਹਨਾਂ ਦੇ ਨਾਲ ਆ ਕੇ ਖੜ ਜਾਂਦੀ। ਪੰਜਾਬ ਸਰਕਾਰ ਨੇ ਤਾਂ ਆਪਦੀ ਸੇਫ ਪੈਸੇਜ ਲੈ ਕੇ ਨਿਕਲ ਗਏ ਹੈ ਨਾ, ਔਰ ਉਹ ਲਾਅ ਬਣਾ ਰਹੇ ਆ ਜਿਹੜੇ ਸੈਂਟਰ ਦੇ ਲਾਅਜ਼ ਨਾਲ ਕੌਨਫਲਿਕਟ 'ਚ ਆ। ਜਦੋਂ ਸੈਂਟਰ ਨੇ ਜਿਹੜੇ ਲਾਅ ਬਣਾਏ ਉਹ ਟ੍ਰੇਡ ਐਂਡ ਕਾਮਰਸ 'ਚੋਂ ਬਣਾਏ ਆ, ਪੰਜਾਬ ਸਰਕਾਰ ਉਹਨਾਂ ਨੂੰ ਕਿਵੇਂ ਚੈਲੰਜ ਕਰ ਸਕਦੀ ਹੈ? ਕੱਲ੍ਹ ਨੂੰ ਉਹਨਾਂ ਦੀ ਕੌਨਸਟੀਟਿਊਸ਼ਨਲ ਵੈਲਿਡਿਟੀ ਜਦੋਂ ਚੈਲੰਜ ਹੋਈ ਸੁਪਰੀਮ ਕੋਰਟ 'ਚ, ਉਹਨਾਂ ਨੇ ਉਸੇ ਟਾਈਮ ਹੀ ਸਸਪੈਂਡ ਹੋ ਜਾਣਾ। ਮੰਨ ਲਓ ਸਿਆਸੀ ਧਿਰ ਤੁਹਾਡੀ ਬਹੁਤ ਮਜ਼ਬੂਤੀ ਦੇ ਨਾਲ ਅੱਗੇ ਵਧਦੀ ਹੈ, ਖੁਦ ਮੁਖਤਿਆਰੀ ਸ਼ਬਦ ਪਿੱਛੇ ਤਾਂ ਨਹੀਂ ਰਹਿ ਜਾਊਗਾ, ਲੁਕ ਤਾਂ ਨਹੀਂ ਜਾਊਗਾ? ਨਹੀਂ ਜੀ, ਨਹੀਂ, ਕਿਉਂ ਲੁਕੂਗਾ? ਤੁਸੀਂ ਦੇਖੋ, ਇਹ ਅਸੀਂ ਇਕੱਲੇ ਥੋੜ੍ਹੀ ਲੜ ਰਹੇ ਹਾਂ। ਇਸ ਲਈ ਬੰਗਾਲ ਮੰਗ ਰਿਹਾ, ਮਹਾਰਾਸ਼ਟਰ ਮੰਗ ਰਿਹਾ, ਤਾਮਿਲਨਾਡੂ ਮੰਗ ਰਿਹਾ, ਸਾਊਥ ਦੇ ਹੋਰ ਸਟੇਟਸ ਮੰਗ ਰਹੇ ਆ, ਹੈ ਨਾ। ਸੋ ਅਸੀਂ ਇਕੱਲੇ ਥੋੜ੍ਹੀ ਮੰਗ ਰਹੇ ਹਾਂ, ਇਹ ਸਾਡਾ ਅਲਾਇੰਸ ਬਣੂਗਾ ਬਹੁਤ ਹੋਰ ਸੂਬਿਆਂ ਨਾਲ ਵੀ। ਸੋ ਜਿਹੜੀ ਸਿਆਸੀ ਧਿਰ ਉਹ ਖੜੀ ਹੀ ਇਸ ਕਰਕੇ ਹੋਊ ਜਦੋਂ ਅਸੀਂ ਇਹ ਗੱਲ ਸਮਝਾਂਗੇ ਵੀ ਸੈਂਟਰ ਸਟੇਟ ਰਿਲੇਸ਼ਨਸ਼ਿਪ ਨੂੰ ਰੀਡਿਫਾਈਨ ਕਰੋ। ਸੋ ਇਹ ਬੜੀ ਵੱਡੀ ਮੰਗ ਆ, ਇਹ ਬੜੀ ਵੱਡੀ ਜ਼ਰੂਰਤ ਆ ਸਾਡੀ ਅੱਜ ਦੀ। ਜੀ ਬਿਲਕੁਲ। ਸੋ ਕਿਸਾਨੀ ਸੰਘਰਸ਼ ਦੀ ਜਿਹੜੀਆਂ ਮੰਗਾਂ ਨੇਗੀਆਂ ਉਹ ਤੁਹਾਡੀ ਪਹਿਲੀ ਮੰਗ ਰਹਿਣਗੀਆਂ, ਇਹਦੇ ਵਿੱਚੋਂ ਤਾਂ ਜ਼ਾਹਿਰ ਤੌਰ ਤੇ ਤੁਸੀਂ ਕਹਿ ਹੀ ਚੁੱਕੇ ਹੋ। ਸੋ ਇਹ ਜਿਹੜਾ ਪਲੇਟਫਾਰਮ ਤੁਸੀਂ ਸਿਰਜ ਰਹੇ ਹੋ, ਇਹਦੇ ਵਿੱਚ ਹੁਣ ਅੱਗੇ ਤੁਰਨ ਦੇ ਲਈ ਪਹਿਲਾ ਕਦਮ ਕੀ ਹੈ? ਸਿਆਸੀ ਲੀਡਰਾਂ ਨੂੰ ਨਾਲ ਲੈਣਾ? ਦੋਨੇ, ਸਿਆਸੀ ਲੀਡਰਾਂ ਨੂੰ ਨਾਲ ਲੈਣਾ ਔਰ ਉਹ ਵੀ ਰੂਹਾਂ ਨੂੰ ਨਾਲ ਲੈਣਾ ਜਿਹੜੇ ਪੰਜਾਬ ਦੇ ਹੱਕਾਂ ਲਈ ਚਿੰਤਨ ਕਰਦੀਆਂ, ਪੰਜਾਬ ਦੇ ਇੱਕ ਅੱਗੇ ਭਵਿੱਖ ਲਈ ਚਿੰਤਨ ਕਰਦੀਆਂ, ਤੇ ਉਹ ਮੇਨ ਸਟ੍ਰੀਮ ਪੋਲੀਟਿਕਸ ਦਾ ਚਾਹੇ ਨਾ ਵੀ ਪਾਰਟ ਹੋਣ, ਪਰ ਪੰਜਾਬ 'ਚ ਕਿਤੇ ਨਾ ਕਿਤੇ ਉਹਨਾਂ ਦੀ ਕੰਟਰੀਬਿਊਸ਼ਨ ਆ। ਜਿਹੜੇ ਤੁਸੀਂ ਇਹ ਕਹਿ ਲਓ ਵੀ ਕਿਰਦਾਰ ਸਿਰਜਣ ਵਾਸਤੇ ਜਾਂ ਕਿਰਦਾਰਾਂ 'ਤੇ ਕੰਮ ਕਰਨ ਵਾਸਤੇ ਜਿਹੜੇ ਕੈਰੈਕਟਰ ਇਰੋਜਨ ਹੋ ਰਹੀ ਆ ਸਾਡੀ, ਉਸ ਕੈਰੈਕਟਰ ਇਰੋਜਨ ਨੂੰ ਰੋਕ ਲਾਉਣ ਵਾਸਤੇ, ਕਿਉਂਕਿ ਅਸੀਂ ਲੋਕ ਵੀ ਚੰਗੇ ਬਣਾਉਣੇ ਆ ਤੇ ਅਸੀਂ ਲੀਡਰ ਵੀ ਉਹਨਾਂ ਲੋਕਾਂ 'ਚੋਂ ਹੀ ਪੈਦਾ ਕਰਨੇ ਆ। ਜਦੋਂ ਤੱਕ ਅਸੀਂ ਇਹ ਦੂਰੀ ਲੜਾਈ ਨਹੀਂ ਲੜਾਂਗੇ ਤੇ ਅਸੀਂ ਕਹਾਂਗੇ ਵੀ ਪੰਜਾਬ, ਕਿਉਂਕਿ ਜੇ ਅਸੀਂ ਕਿਰਦਾਰਾਂ ਨੂੰ ਨਿਗਲੈਕਟ ਕਰ ਦਾਂਗੇ ਤਾਂ ਜਿਹੜੀ ਅੱਜ ਸਿਆਸੀ ਧਿਰ ਖੜੀ ਹੋਊਗੀ ਇਹਨਾਂ ਨੇ ਵੀ ਕਰਪਟ ਹੋ ਜਾਣਾ, ਇਹਨਾਂ ਨੇ ਵੀ ਕਿਤੇ ਨਾ ਕਿਤੇ ਆਪਦੇ ਨਿੱਜ ਖਾਤਰ ਕਿਤੇ ਨਾ ਕਿਤੇ
ਕੋਈ ਗੱਲਾਂ ਨਾਲ ਸਮਝੌਤੇ ਕਰ ਜਾਣੇ ਜਾਂ ਵੇਚ ਦੇਣੀਆਂ ਹਿੱਤ, ਹਨਾ। ਜਿਹੜੀ ਖੁਦਮੁਖਤਿਆਰੀ ਸ਼ਬਦ ਹੈ ਉਹਨੂੰ ਖਾਲਿਸਤਾਨ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਹੁਣ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹੋ ਜਿਹੇ ਸਵਾਲ ਉੱਠੇ ਨੇ, ਤੇ ਤੁਸੀਂ ਇਹਨੂੰ ਡਿਫਰੈਂਸ਼ੀਏਟ ਕਰਦੇ ਹੋ ਕਿ ਇੱਕੋ ਹੀ ਗੱਲ ਹੈ, ਕਿ ਉੱਧਰ ਜਾ ਰਹੇ ਹੋ ਤੁਸੀਂ? ਨਹੀਂ ਜੀ, ਦੇਖੋ ਗੱਲ ਮੈਂ ਤੁਹਾਨੂੰ ਸਿੱਧੇ ਤੌਰ ਤੇ ਇਹ ਗੱਲ ਤੁਹਾਨੂੰ ਦੱਸਾਂ, ਜਦੋਂ ਪੰਜਾਬ ਨੇ ਪਹਿਲਾਂ ਖੁਦਮੁਖਤਿਆਰੀ ਦੀ ਲੜਾਈ ਲੜੀ ਆ ਤਾਂ ਧਰਮ ਯੁੱਧ ਮੋਰਚਾ ਲਾਇਆ ਗਿਆ। ਅਨੰਦਪੁਰ ਸਾਹਿਬ ਦੇ ਮਤੇ 'ਚ ਖੁਦਮੁਖਤਿਆਰੀ ਦੀ ਗੱਲ ਹੀ ਕੀਤੀ ਗਈ ਸੀ, ਉਹਦੇ 'ਚ ਕੋਈ ਵੱਖ ਹੋਣ ਦੀ ਜਾਂ ਉਦੋਂ ਤੱਕ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਗਈ ਸੀ, ਹਨਾ। ਉਸ ਵੇਲੇ ਦੀ ਸਰਕਾਰ ਨੂੰ ਚਾਹੀਦਾ ਸੀ ਵੀ ਟੇਬਲ ਟਾਕ ਤੇ ਆਉਣ, ਗੱਲਬਾਤ ਰਾਹੀਂ ਮਸਲੇ ਨੂੰ ਸਮਝਣ, ਹੱਲ ਕਰਨ, ਪਰ ਇਹ ਗੱਲ ਨਹੀਂ ਹੋਈ। ਸਰਕਾਰ ਨੇ ਕੀ ਕੀਤਾ? ਸਰਕਾਰ ਨੇ ਦਰਬਾਰ ਸਾਹਿਬ ਤੇ ਚੱਕ ਕੇ ਅਟੈਕ ਕਰਤਾ ਸਿੱਧਾ। ਜਦੋਂ ਤੱਕ ਅਟੈਕ ਨਹੀਂ ਹੋਇਆ ਉਦੋਂ ਤੱਕ ਕਿਸੇ ਨੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ, ਈਵਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਖਾਲਿਸਤਾਨ ਦੀ ਗੱਲ ਨਹੀਂ ਕੀਤੀ। ਹੁਣ ਇੱਕ ਯੂਨੀਅਨ 'ਚ ਇੱਕ ਬਹੁ ਕੌਮੀਅਤ ਜਿੱਥੇ ਮਲਟੀਕਲਚਰਲਿਜ਼ਮ ਵਸਦਾ, ਔਰ ਇਹ ਯੂਨੀਅਨ ਆਫ ਇੰਡੀਆ, ਇਹਦੇ 'ਚ ਛੋਟੇ ਛੋਟੇ ਹਿੱਸਿਆਂ ਨੇ ਮਿਲ ਕੇ ਇੱਕ ਦੇਸ਼ ਜਿਹੜਾ ਉਹ ਬਣਾਇਆ ਹੋਇਆ, ਤੇ ਆਪਦਾ ਉਸ ਖਿੱਤੇ ਦੇ ਲੋਕਾਂ ਨੇ ਆਪਦਾ ਟਰਸਟ ਰਿਪੋਜ਼ ਕੀਤਾ ਹੋਇਆ ਉਸ ਯੂਨੀਅਨ 'ਚ। ਜਿੱਦਾਂ ਤੁਸੀਂ ਉਹ ਵਿਸ਼ਵਾਸ ਤੋੜਦੇ ਹੋ ਦਰਬਾਰ ਸਾਹਿਬ ਤੇ ਅਟੈਕ ਕਰਕੇ, ਜਿੱਦਾਂ ਉਹ ਟਰਸਟ ਰਿਪੋਜ਼ ਕੀਤਾ ਹੋਇਆ ਉਹਨੂੰ ਤੁਸੀਂ ਤੋੜਦੇ ਹੋ, ਉਦੋਂ ਬਾਅਦ ਫਿਰ ਸਾਡੇ ਕੋਲੇ, ਪੰਜਾਬ ਕੋਲੇ ਚੋਇਸ ਕੀ ਰਹਿ ਜਾਂਦੀ ਆ? ਇਹ ਉਸੇ ਤਰ੍ਹਾਂ ਦਾ ਗੱਲ ਆ ਜੇ ਅੱਜ ਸਾਊਥ 'ਚ ਜਾ ਕੇ ਕਿਸੇ ਵੱਡੇ ਮੰਦਿਰ ਤੇ ਜਿੱਥੇ ਲੋਕਾਂ ਦੀ ਬਹੁਤ ਵੱਡੀ ਆਸਥਾ ਜੁੜੀ ਹੋਈ ਆ ਜਾਂ ਆਤਮਿਕ ਸੋਮਾ ਉਹਨਾਂ ਦਾ, ਉੱਥੇ ਕੋਈ ਅਟੈਕ ਕਰ ਦੂ ਤਾਂ ਉੱਥੋਂ ਦੇ ਲੋਕ ਵੀ ਕਹਿਣਗੇ ਵੀ ਹੁਣ ਅਸੀਂ ਯੂਨੀਅਨ 'ਚ ਰਹਿਣ, ਸਾਡਾ ਟਰਸਟ ਨਹੀਂ ਰਿਹਾ ਇਸ ਯੂਨੀਅਨ 'ਚ। ਤਾਂ ਸਰਕਾਰ ਧੱਕਦੀ ਆ ਇਹਨਾਂ ਗੱਲਾਂ ਵੱਲ। ਤੁਸੀਂ ਕਹਿ ਰਹੇ ਹੋ ਕਿ ਉਸ ਵੇਲੇ ਅਨੰਦਪੁਰ ਸਾਹਿਬ ਦਾ ਮਤਾ ਸੀ, ਮੁੱਖ ਮੰਗਾਂ ਸੀ, ਅੱਜ ਤੁਸੀਂ ਵੀ ਖੁਦਮੁਖਤਿਆਰੀ ਦੀ ਮੰਗ ਕਰ ਰਹੇ ਹੋ, ਤੇ ਤੁਹਾਡਾ ਮਤਾ ਕੀ ਹੈ ਅਨੰਦਪੁਰ ਸਾਹਿਬ ਦਾ? ਨਹੀਂ ਗੱਲ, ਸਾਡਾ ਮਤਾ ਉਹੀ ਖੁਦਮੁਖਤਿਆਰੀ ਹੈ ਨਾ, ਪਰ ਇੱਕ ਸਾਡੇ ਤੋਂ ਕਈ ਵਾਰੀ ਗਲਤੀ ਕੀ ਹੋ ਜਾਂਦੀ ਆ, ਅਸੀਂ ਜੇ ਅਨੰਦਪੁਰ ਸਾਹਿਬ ਮਤੇ ਨੂੰ ਐਜ਼ ਇਟ ਇਜ਼ ਹੂ ਬਹੂ ਅੱਜ ਉਹੀ ਗੱਲ ਕਰਾਂਗੇ ਤਾਂ ਸਾਨੂੰ ਹੋਰ ਬਹੁਤ ਚੀਜ਼ਾਂ ਨਾਲ ਜੋੜ ਦਿੱਤਾ ਜਾਊਗਾ, ਔਰ ਸਾਡੇ ਤੋਂ ਕਈ ਵਰਗ ਪੰਜਾਬ ਦੇ ਵੱਖ ਵੀ ਹੋ ਜਾਣਗੇ, ਹਨਾ। ਜਦੋਂ ਖੁਦਮੁਖਤਿਆਰੀ ਦੀ ਗੱਲ ਕੀਤੀ ਜਾਂਦੀ ਆ ਉਹਦੇ 'ਚ ਅਸੀਂ ਸਪੇਸ ਤਾਂ ਦਈਏ ਨਾ, ਸਾਡੇ ਹਿੰਦੂਆਂ ਨੂੰ ਵੀ ਸਪੇਸ ਦੇਈਏ, ਉਹਨਾਂ ਨੂੰ ਵੀ ਗੱਲ ਇਹ ਸਮਝਾਈਏ, ਸਾਡੇ ਮੁਸਲਮਾਨਾਂ ਨੂੰ ਵੀ ਦੇਈਏ, ਸਾਡੇ ਦਲਿਤ ਭਾਈਚਾਰੇ ਨੂੰ ਵੀ ਸਪੇਸ ਦੇਈਏ। ਇਹਦੇ ਲਈ ਤੁਸੀਂ ਡਰਾਫਟ ਕਦੋਂ ਕਰ ਰਹੇ ਹੋ? ਜੋ ਸਭ ਜਿੱਦਾਂ ਉਸ ਵੇਲੇ ਅਨੰਦਪੁਰ ਸਾਹਿਬ ਦਾ ਮਤਾ ਸੀ, ਤੁਸੀਂ ਕਹਿੰਦੇ ਕਿ ਸਭ ਨੂੰ ਦੇਈਏ, ਇਹਦੇ ਲਈ ਪੰਜਾਬ ਦਾ ਇੱਕ ਵਿਜ਼ਨ ਡਾਕੂਮੈਂਟ ਡੈਫੀਨੇਟਲੀ ਹੋਣਾ ਚਾਹੀਦਾ, ਜਿਹਦੇ ਤੇ ਇਹ ਸਿਆਸੀ ਧਿਰ ਲੜੇ, ਜਿਹਦੇ ਤੇ ਸਾਡੇ ਜਿਹੜੇ ਅਸੀਂ ਕਹਿ ਲਈਏ ਵੀ ਇੰਟੈਲੈਕਚੁਅਲਸ ਆ ਉਹ ਪਹਿਰਾ ਦੇਣ ਵੀ ਸਿਆਸੀ ਧਿਰ ਉਹਦੇ ਤੇ ਹੀ ਖੜ ਰਹੀ ਹੈ ਤੇ ਉਹਦੇ ਤੇ ਹੀ ਲੜ ਰਹੀ ਆ। ਇਹ ਆਉਣ ਵਾਲੇ ਟਾਈਮ 'ਚ ਅਸੀਂ ਡੈਫੀਨੇਟਲੀ ਡਰਾਫਟ ਕਰਾਂਗੇ ਜੀ। ਸ਼ੰਭੂ ਮੋਰਚੇ ਤੇ 4 ਅਕਤੂਬਰ ਤੋਂ ਤੁਸੀਂ ਬੈਠੇ ਹੋਏ ਹੋ, ਰਿਸਪੌਂਸ ਕੀ ਮਿਲ ਰਿਹਾ? ਜਿਹੜੀ ਤੁਸੀਂ ਅੱਜ ਇੱਥੇ ਸਿਆਸੀ ਤਬਦੀਲੀ ਦੀ ਗੱਲ ਕਰਨ ਤੱਕ ਪਹੁੰਚ ਗਏ ਹੋ, ਕਿੰਨਾ ਕੁ ਜ਼ਬਰਦਸਤ ਰਿਸਪੌਂਸ? ਨਹੀਂ ਜੀ, ਬੜਾ ਫਿਨੋਮੀਨਲ ਰਿਸਪੌਂਸ ਆ, ਔਰ ਇੱਕ ਇਹੋ ਜਿਹਾ ਮੰਚ ਪੰਜਾਬ ਲਈ ਤਿਆਰ ਹੋ ਗਿਆ ਜਦੋਂ ਪੰਜਾਬ ਦੀਆਂ ਕੁਝ ਆਵਾਜ਼ਾਂ ਇਹੋ ਜਿਹੀਆਂ ਸੀ ਜਿਹੜੀਆਂ ਬੁਲੰਦ ਹੋਣਾ ਚਾਹੁੰਦੀਆਂ ਸੀ ਜਾਂ ਉਹਨਾਂ ਦੇ ਮਨਾਂ ਦੇ ਵਲਵਲੇ ਸੀ ਜਿਹੜੇ ਉਹ ਕੋਈ ਮੰਚ ਤੋਂ ਕਦੇ ਅੱਗੇ ਹੀ ਨਹੀਂ ਆਏ ਸੀ। ਤੁਸੀਂ ਦੇਖੋ ਉੱਥੋਂ ਕਿੰਨੇ ਤਰ੍ਹਾਂ ਦੇ ਈਵਨ ਸਾਡੀਆਂ ਬੱਚੀਆਂ ਜਾਂ ਕਿੰਨੇ ਤਰ੍ਹਾਂ ਦੇ ਸਾਡੇ ਬੁੱਧੀਜੀਵੀ ਜਾਂ ਹੋਰ ਬਹੁਤ ਲੋਕ ਉੱਥੋਂ ਆ ਕੇ ਬੋਲੇ, ਬੇਖੌਫ ਬੋਲੇ, ਕਿਉਂਕਿ ਉਹਨਾਂ ਨੂੰ ਇੱਕ ਇਹ ਗੱਲ ਸਮਝ ਆ ਗਈ ਵੀ ਇਸ ਸਟੇਜ ਤੇ ਕੋਈ ਖੌਫ ਨਹੀਂ ਆ, ਇੱਥੇ ਕੋਈ ਡਰ ਭੈ ਨਹੀਂ ਆ, ਇੱਥੇ ਕੋਈ ਰਿਸਟ੍ਰਿਕਸ਼ਨ ਨਹੀਂ ਆ। ਜਿਹਦੇ ਮਨ 'ਚ ਜੋ ਵਲਵਲਾ ਸੀ ਉਹ ਆ ਕੇ ਉਹਨੇ ਸ਼ੇਅਰ ਕੀਤਾ, ਲੋਕਾਂ ਨੇ ਅਪਰੀਸ਼ੀਏਟ ਕੀਤਾ। ਅੱਜ ਤੱਕ ਸਰਕਾਰ ਤੇ ਕਿੰਨਾ ਕੁ ਦਬਾਅ ਹੈ? ਕੇਂਦਰ ਨਾਲ ਸਿੱਧਾ ਡਾਇਰੈਕਸ਼ਨ ਵੀ ਸ਼ੰਭੂ ਮੋਰਚੇ ਦੀ ਪਲੇਸ ਵੀ ਇਹੋ ਜਿਹੀ ਹੈ ਕਿ ਕੇਂਦਰ ਨੂੰ ਸਿੱਧੀ ਲਲਕਾਰ ਹੈ, ਕੇਂਦਰ ਤੇ ਕਿੰਨਾ ਕੁ ਦਬਾਅ ਪਿਆ ਹੈਗਾ? ਨਹੀਂ ਜੀ, ਦਬਾਅ ਕੇਂਦਰ ਤੇ ਤਾਂ ਸਾਨੂੰ ਦੇਖੋ, ਜਿਹੜੀ ਸਰਕਾਰ ਨਾਲ ਅਸੀਂ ਮੱਥਾ ਲਾਈ ਬੈਠੇ ਆ ਨਾ, ਉਹ ਸਰਕਾਰ 'ਚ ਹਉਮੈ ਬਹੁਤ ਵੱਡੀ ਆ, ਔਰ ਉਹਨਾਂ ਨੇ ਪਾਵਰ ਸੈਂਟਰਲਾਈਜ਼ ਹੀ ਨਹੀਂ ਕੀਤੀ, ਪਰਸਨਲਾਈਜ਼ ਕਰ ਲਈ ਆ। ਉਹ ਪਾਵਰ ਇੱਕ ਜਾਂ ਦੋ ਬੰਦਿਆਂ 'ਚ ਹੀ ਦਿਖਦੀ ਆ ਉੱਥੇ, ਬਾਕੀ ਤਾਂ ਮੋਹਰਾਂ ਲਾਉਂਦੇ ਆ। ਔਰ ਉਹਨਾਂ ਕੋਲੇ ਐਡੀ ਵੱਡੀ ਹਉਮੈ, ਉਹਨਾਂ ਦੀ ਮਾਨਸਿਕਤਾ ਦੇਖੋ, ਹਜੇ ਵੀ ਅੜੇ ਹੋਏ ਆ। ਲੋਕ ਸੜਕਾਂ ਤੇ ਆ, ਬੀਬੀਆਂ ਸੜਕਾਂ ਤੇ ਆ, ਹਜੇ ਵੀ ਅੜੇ ਹੋਏ ਆ ਵੀ ਅਸੀਂ ਪਿੱਛੇ ਨਹੀਂ ਹਟਾਂਗੇ। ਸੋ ਇਸ ਗੱਲ ਤੋਂ ਕਿਉਂ ਅਸੀਂ ਕਹਿੰਦੇ ਆ ਵੀ ਟਕਰਾਅ ਵੱਧ ਰਿਹਾ ਹੈ, ਕਿਸਾਨੀ ਜਥੇਬੰਦੀਆਂ ਵੀ ਅੜੀਆਂ ਹੋਈਆਂ, ਕੇਂਦਰ ਵੀ ਅੜਿਆ ਹੋਇਆ, ਤੇ ਇਹ ਤਾਂ ਨਹੀਂ ਹੋਊਗਾ ਕਿ ਕਿਤੇ ਹੋਰ ਗੱਲ ਚਲੀ ਜਾਊਗੀ ਪੰਜਾਬ ਨੂੰ ਫਿਰ ਉਹੀ ਸੰਤਾਪ ਭੋਗਣਾ? ਲੋਕ ਦੇਖੋ, ਇੱਕ ਬਹੁਤ ਵੱਡੀ ਸਾਡੀ ਇਸ ਮੂਵਮੈਂਟ ਦੀ ਅਚੀਵਮੈਂਟ ਆ, ਅਸੀਂ ਇਹ ਗੱਲ ਸਮਝ ਲਈ ਆ ਵੀ ਸਾਨੂੰ ਵਾਇਲੈਂਸ ਵੱਲ ਧੱਕਣ ਵੀ ਅਸੀਂ ਨਹੀਂ ਜਾਣਾ, ਹਨਾ। ਆਈਡੀਓਲੋਜੀ ਦੀ ਲੋੜ ਆ, ਲੜਾਈ ਆ, ਆਈਡੀਓਲੋਜੀ ਦੀ ਲੜਾਈ ਆਈਡੀਓਲੋਜੀ ਨਾਲ ਲੜਨੀ ਚਾਹੀਦੀ ਆ। ਸੋ ਆਈਡੀਓਲੋਜੀ ਨੂੰ ਆਈਡੀਓਲੋਜੀ ਕੱਟਦੀ ਆ। ਇਹ ਤਾਂ ਲੋਕਾਂ ਨੂੰ, ਤੁਸੀਂ, ਮੈਨੂੰ ਲੱਗਦਾ ਸਾਨੂੰ ਸਾਰਿਆਂ ਨੂੰ, ਲੋਕਾਂ ਨੂੰ ਇਸ ਗੱਲ ਦੀ ਸ਼ਲਾਘਾ ਕਰਨੀ ਪਊਗੀ, ਸਾਡੇ ਲੋਕਾਂ ਦੀ। ਲੋਕ ਆਪ ਬੜੇ ਸੁਚੇਤ ਹੋ ਗਏ ਆ। ਆਖਰੀ ਸਵਾਲ ਪੁੱਛੂੰਗੀ, ਤੁਸੀਂ ਹੁਣ ਸਮਾਜਿਕ ਇਨਕਲਾਬ ਜਿਹੜੀ ਅੱਜ ਇੱਥੇ ਗੱਲ ਕੀਤੀ ਹੈ, ਸਿਆਸੀ ਤਬਦੀਲੀ ਲਿਆਉਣ ਦੀ, ਜਿਹੜਾ ਸੱਦਾ ਹੈ ਉਹ ਖਾਸ ਤੌਰ ਤੇ ਪੋਲੀਟੀਕਲ ਲੀਡਰਸ ਨੂੰ ਪਹਿਲਾਂ ਦਿੰਦੇ ਹੋ ਕਿ ਆਮ ਲੋਕਾਂ ਨੂੰ ਪਹਿਲਾਂ ਦਿੰਦੇ ਹੋ? ਬੁੱਧੀਜੀਵੀ ਦੋਵਾਂ ਨੂੰ ਜੀ,
ਇੰਟੈਲੈਕਚੁਅਲਸ ਨੂੰ ਵੀ ਪਰ ਜੇ ਤੇ ਆਮ ਸਿਆਸੀ ਲੀਡਰ ਜ਼ਿਆਦਾ ਘੁਸਪੈਠ ਕਰ ਜਾਣਗੇ ਇਸ ਤੁਹਾਡੇ ਇਨਕਲਾਬ ਦੇ ਵਿੱਚ ਤਾਂ ਗੱਲ ਉੱਥੇ ਹੀ ਪਹੁੰਚ ਜਾਣੀ ਹੈ, ਲੋਕ ਟਰਸਟ ਨਹੀਂ ਕਰਨਗੇ। ਨਹੀਂ ਜੀ, ਐਂ ਕਿਵੇਂ ਉਹਦੇ 'ਚ ਕਰ ਜਾਣਗੇ ਜਦੋਂ ਪੰਚ ਪ੍ਰਧਾਨੀ ਸਿਸਟਮ ਆ ਸਾਡੇ ਕੋਲੇ, ਜਦੋਂ ਸਾਡੇ ਕੋਲੇ ਆਲਰੇਡੀ ਉਹ ਬੰਦੇ ਬੈਠੇ ਆ ਜਿਹੜੇ ਕਹਿੰਦੇ ਅਸੀਂ ਪੋਲਿਟਿਕਸ 'ਚ ਨਹੀਂ ਜਾਣਾ, ਪਰ ਅਸੀਂ ਇਹਨਾਂ ਪੋਲੀਟੀਸ਼ੀਅਨਸ ਨੂੰ ਨਾਲ ਤੋਰੋ ਜਿਹੜੇ ਕਹਿੰਦੇ ਅਸੀਂ ਪੰਜਾਬ ਖਾਤਰ ਲੜਾਂਗੇ ਜਾਂ ਪੰਜਾਬ ਖਾਤਰ ਪੋਲਿਟਿਕਸ 'ਚ ਅੱਜ ਅਸੀਂ ਹੈਗੇ ਆ, ਉਹਨਾਂ ਨੂੰ ਵੀ ਨਾਲ ਤੋਰੋ। ਸੋ ਇਸ ਕਰਕੇ ਕਿਸੇ ਨੂੰ ਅਨਟੱਚੇਬਲ ਨਾ ਕਰੀਏ। ਜਿਹੜਾ ਪੰਜਾਬ ਦੀ ਗੱਲ ਕਰਦਾ ਇੱਕ ਵਾਰੀ ਦੇਖਦੇ ਆ, ਉਹਨੂੰ ਆਉਣ ਦਿਓ, ਪਰਖਦੇ ਆ, ਫਿਰ ਲੋਕ ਪਰਖਣਗੇ, ਲੋਕਾਂ ਦੇ ਸਾਹਮਣੇ ਆਜੂ ਸਾਰੀ ਗੱਲ। ਜੀ ਧੰਨਵਾਦ ਦੀਪ ਸਿੱਧੂ। ਸੋ ਪੰਜਾਬ ਦੀ ਹੋਂਦ ਦੀ ਲੜਾਈ ਹੈ ਜਿਹੜੀ ਉਹ ਇੱਕ ਵਾਰ ਫਿਰ ਤੋਂ ਸ਼ੁਰੂ ਹੋਈ ਹੈ, ਦੇਖਣਾ ਹੋਏਗਾ ਕਿ ਕਿੱਥੇ ਤੱਕ ਪਹੁੰਚੇਗੀ। ਵੀਡੀਓ ਜਰਨਲਿਸਟ ਸਿਮਰਨਪ੍ਰੀਤ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਚੰਡੀਗੜ੍ਹ ਤੋਂ ਖਾਸ ਰਿਪੋਰਟ।